गुड मॉर्निंग स्टूडेंट्स। हाँ जी, तो जी प्रीवियस लैक्चर ਆਪਾਂ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਟੌਪਿਕ ਰੀਡ ਕੀਤਾ ਸੀ ਤੇ ਆਪਾਂ ਨੈਕਸਟ ਅੱਜ ਦਾ ਜਿਹੜਾ ਟੌਪਿਕ ਹੈ ਉਹ ਆ ਭਾਰਤੀ ਜਨਤਾ ਪਾਰਟੀ। ਆਪਾਂ ਪੋਲੀਟੀਕਲ ਪਾਰਟੀਜ਼ ਕਰ ਰਹੇ ਸੀ। ਜਨਰਲੀ ਪੀਪਲ ਥਿੰਕ ਦੈਟ ਦੀ ਭਾਰਤੀ ਜਨਤਾ ਪਾਰਟੀ ਵਾਜ਼ ਰੀਵਰਥ ਆਫ ओल्ड जनसंघ। डॉक्टर श्यामा प्रसाद मुखर्जी was founding father of जनसंघ who was a top class leader of Hindu Mahasabha. On October 21, 1951, some top brass Hindu leaders assembled at Delhi and a child of Hindu Mahasabha जनसंघ was born. देखो राजे की है कि ਆਪਾਂ ਮੋਸਟਲੀ ਜਿਹੜੀ ਆ ਇਹ ਚੀਜ਼ ਸਮਝਦੇ ਹਾਂ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਜਨਸੰਘ ਦੇ ਦਾ ਆਪਾਂ ਕਹਿੰਦੇ ਜਿਹੜਾ ਓਲਡ ਰੂਪ ਹੈ, ਪਹਿਲਾਂ ਜਨਸੰਘ ਬਣਿਆ ਸੀ ਤੇ ਉਹਦੇ ਬੇਸ 'ਤੇ ਆਪਾਂ ਕੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਆਪਾਂ ਮੰਨਦੇ ਹਾਂ। ਠੀਕ ਹੈ, ਜਿਨ੍ਹਾਂ 'ਚ ਮੇਨ ਆਪਾਂ ਇਹਦੇ ਰੋਲ ਪਲੇ ਕੀਤਾ ਸੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ। ਠੀਕ ਹੈ, ਜਿਹੜੇ ਇਹ ਇਕੱਠੇ ਹੋਏ ਸੀ ਅਕਤੂਬਰ 21 ਨੂੰ 1951 'ਚ ਦਿੱਲੀ 'ਚ। ਠੀਕ ਹੈ ਜੀ, Dr. Shyama Prasad Mukherjee was elected its first president. There is another view also that Jansangh was born out of RSS, as its top leader were also members of RSS, and RSS trained and supplied leaders of the Jansangh. ਇਸ ਕਰਕੇ ਕਿਹਾ ਜਾਂਦਾ ਵੀ ਜਿਹੜੇ RSS ਆਪਾਂ ਕਹਿ ਦਈਏ ਇਸ ਨੂੰ ਜਨਸੰਘ ਸੀ ਜਿਹੜੀ, ਠੀਕ ਹੈ, ਜਿਹੜੀ ਜਨਸੰਘ ਦੇ ਲੀਡਰ ਸੀਗੇ ਉਹ ਇਸ ਦੇ ਵਿੱਚ ਹੀ ਸੀ। ਇਸ ਕਰਕੇ ਕਿਹਾ ਜਾਂਦਾ ਵੀ ਜਿਹੜੀ RSS ਆ ਉਹ ਜਨਸੰਘ ਤੋਂ ਹੀ ਬਣੀ ਹੈ। ਦੇਖੋ ਵਰਥ ਦੀ ਆਪਾਂ ਗੱਲ ਕਰਾਂਗੇ। ਦੇਖੋ ਜਿਹੜਾ ਇਹ ਜਨਸੰਘ ਸੀ ਉਹ ਸਟੈਬਲਿਸ਼ ਹੋਇਆ ਸੀ 1952 'ਚ। ਬਟ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਨੇਮ ਸੀ ਜਿਹੜਾ ਇਹ ਮਿਲਿਆ ਸੀ ਇਹਨੂੰ 1980 'ਚ। ਠੀਕ ਹੈ, ਆਪਾਂ ਰੀਡ ਕਰਦੇ ਹਾਂ। ਦੇਖੋ ਆਪਾਂ ਨੂੰ ਸਭ ਕਲੀਅਰ ਹੋਊਗਾ ਅੱਗੇ ਜਾ ਕੇ। ਦੀ ਜਨਤਾ ਪਾਰਟੀ ਪਾਰਲੀਮੈਂਟਰੀ ਵੋਟ ਪਾਸ ਏ ਰੈਜ਼ੋਲਿਊਸ਼ਨ ਇਨ ਮਾਰਚ 1980। No legislature or official where of Janata Party shall participate in the day-to-day activities of RSS. To Jansangh members, the constituent of the Janata Party, this resolution was unacceptable. Therefore, all of them resigned. They held 2 days conference at Delhi on 5 and 6 April 1980. This conference give birth to a new called Bharatiya Janata Party, and Atal Bihari Vajpayee was elected its first president. ਇੱਥੋਂ ਆਪਾਂ ਨੂੰ ਕਲੀਅਰ ਹੋਇਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦਾ ਜਿਹੜਾ ਬਰਥ ਹੋਇਆ ਸੀ 1980 'ਚ। ਇੱਥੇ ਤੁਸੀਂ ਗੌਰ ਕਰਨ ਦੀ ਚੀਜ਼ ਇਹ ਹੈ ਵੀ RSS ਦਾ ਮਤਲਬ ਸਮਝਦੇ ਹੋ ਨਾ। RSS ਦਾ ਮਤਲਬ ਰਾਜੇ ਮਤਲਬ ਕਿ ਰਾਸ਼ਟਰੀ ਸਵੈਮ ਸੇਵਕ ਸੰਸਥਾ। ਠੀਕ ਹੈ, ਆਪਾਂ ਨੂੰ ਇਹ ਚੀਜ਼ ਸੰਘ ਕਹਿ ਸਕਦੇ ਹਾਂ ਜਾਂ ਸੰਸਥਾ ਕਹਿ ਸਕਦੇ ਹਾਂ। ਠੀਕ ਹੈ, ਮਤਲਬ ਕਿ ਔਰਗਨਾਈਜੇਸ਼ਨ। ਨੈਕਸਟ ਆਪਾਂ ਇਹਨਾਂ ਦੀ ਜਦੋਂ 1980 'ਚ ਇਹ ਐਸਟੈਬਲਿਸ਼ ਹੋਈ ਹੈ ਤਾਂ ਇਹਨਾਂ ਦੇ ਫਸਟ ਜਿਹੜੇ ਪ੍ਰੈਜ਼ੀਡੈਂਟ ਸੀ ਉਹਨਾਂ ਨਾਮ ਦਿੱਤਾ ਅਟਲ ਬਿਹਾਰੀ ਵਾਜਪੇਈ। ਆਈਡੀਓਲੋਜੀ ਆਪਾਂ ਕਹਿੰਦੇ ਇਹਨਾਂ ਦੀ ਵਿਚਾਰਧਾਰਾ ਕੀ ਸੀ। ਔਨ December 98, 1980 a national conference of Bharatiya Janata Party was held at Bombay, and following 5 ideological principles called our 5 commitments were adopted to make them the base of its policies and program। ਹੁਣ ਇਹਨਾਂ ਨੇ ਆਪਾਂ ਕਹਿੰਦੇ ਜਿਹੜੀ ਵਿਚਾਰਧਾਰਾ ਸੀ ਉਸ ਦੇ 5 ਜਿਹੜੇ ਪਿਲਰ ਸੀ ਉਹ ਹੇਠ ਲਿਖੇ ਸੀ। ਦੇਖੋ ਕਿਹੜੇ ਸੀਗੇ। ਇਹ ਨੈਸ਼ਨਲਿਜ਼ਮ ਰਾਸ਼ਟਰੀਅਤਾ ਜਿਹਨੂੰ ਆਪਾਂ ਕਹਿੰਦੇ ਹਾਂ, ਨੈਸ਼ਨਲ ਇੰਟੀਗ੍ਰੇਸ਼ਨ ਰਾਸ਼ਟਰੀ ਏਕਤਾ, ਡੈਮੋਕ੍ਰੇਸੀ, ਪੋਜ਼ੀਟਿਵ ਸੈਕੂਲਰਿਜ਼ਮ ਆਪਾਂ ਤੁਹਾਨੂੰ ਪਹਿਲਾਂ ਹੀ ਬਹੁਤ ਵਾਰ ਸਮਝਾ ਚੁੱਕੇ ਹਾਂ ਰਾਜੇ, ਧਰਮ ਨਿਰਪੱਖ, ਗਾਂਧੀਅਨ ਸੋਸ਼ਲਿਜ਼ਮ ਅਤੇ ਵੈਲਿਊ ਬੇਸ ਪੋਲੀਟਿਕਸ। ਠੀਕ ਹੈ, ਇਹ ਜਿਹੜੇ 5 ਪਿਲਰ ਸੀ ਇਹਨਾਂ ਦੀ ਜਿਹੜੀ ਆਈਡੀਓਲੋਜੀ ਸੀਗੀ। The leader of party is in the hand of upper middle class, professional and big businessmen. The supporters of the party are urban people, traders, industrial class and youth, and recently its support base has been eroded because of its certain policies and action among urban people। ਦੇਖੋ ਜਿਹੜੇ ਇਹਨਾਂ ਦੇ ਸਪੋਰਟਰ ਸੀ ਆਪਾਂ ਗੱਲ ਕਰਾਂਗੇ ਮੋਸਟਲੀ ਉਹ ਮਿਡਲ ਕਲਾਸ ਦੇ ਜਿਹੜੇ ਪ੍ਰੋਫੈਸ਼ਨਲ ਅਤੇ ਬਿਜ਼ਨਸਮੈਨ ਸੀਗੇ। ਠੀਕ ਹੈ, ਇਸ ਤੋਂ ਇਲਾਵਾ ਜਿਹੜੇ ਅਰਬਨ ਏਰੀਏ ਸੀਗੇ। ਠੀਕ ਹੈ, ਉੱਥੋਂ ਆਪਾਂ ਕਹਿੰਦੇ ਜਿਹੜੇ ਟਰੇਡਰ ਹੋ ਗਏ, ਇੰਡਸਟਰੀ ਏਰੀਆ ਹੋ ਗਿਆ, ਯੂਥ ਹੋ ਗਿਆ, ਇਹ ਸਾਰੇ ਇਹਨਾਂ ਦੇ ਕੀ ਹੈ ਸਪੋਰਟ 'ਚ ਸੀਗੇ। ਪੋਲਿਸੀਜ਼ ਐਂਡ ਪ੍ਰੋਗਰਾਮ। ਇਹ ਮੀਟਿੰਗ ਆਫ ਨੈਸ਼ਨਲ ਕਾਉਂਸਲ ਆਫ ਭਾਰਤੀ ਜਨਤਾ ਪਾਰਟੀ ਵਾਜ਼
held at Gandhinagar in May 1998, in which its main policy and program were approved. These are summarized as below. To abolish completely evil of untouchability, to help schedule caste and other weaker section of society। ਮਤਲਬ ਕਿ ਅਨਟੱਚੇਬਿਲਟੀ ਸੂਤ ਸਾਤ ਪਹਿਲਾਂ ਹੁੰਦੇ ਸੀ, ਮਤਲਬ ਬਹੁਤ ਜਿਹੜੇ ਗਰੀਬ ਹੁੰਦੇ ਸੀ ਉਹਨਾਂ ਨੂੰ ਅਸੂਤ ਕਿਹਾ ਜਾਂਦਾ ਸੀ, ਠੀਕ ਹੈ। ਅਤੇ ਇਸ ਨੂੰ ਖਤਮ ਕਰਨਾ ਅਤੇ ਜਿਹੜੇ ਸ਼ਡਿਊਲ ਕਾਸਟ ਨੇ ਉਹਨਾਂ ਨੂੰ ਹੈਲਪ ਕਰਨਾ, ਅਤੇ ਜਿਹੜੇ ਕਮਜ਼ੋਰ ਹੋ ਸੋਸਾਇਟੀ ਨੇ ਉਹਨਾਂ ਨੂੰ ਆਪਾਂ ਕਿਤੇ ਹੈਲਪ ਕਰਨਾ, ਇਹਨਾਂ ਦਾ ਜਿਹੜਾ ਮੇਨ ਪ੍ਰੋਗਰਾਮ 'ਚ ਸੀ। ਟੂ ਹੈਲਪ ਐਂਡ ਪ੍ਰੋਟੈਕਟ ਮਿਨੋਰਟੀਜ਼ ਐਂਡ ਟੂ ਫਾਈਟ ਫਾਰ ਹਿਊਮਨ ਰਾਈਟਸ, to revive and encourage village industries and to strengthen cooperative movement. It would endeavor to strengthen the policy of non-alignment and would try to lessen the dominance of superpowers, to make India as a permanent member of Security Council, to re-examine the nuclear policy. It is pertinent point to the mention that the Bharatiya Janata Party under the present leadership has carved out its own niche in Indian politics. Now it is considered to be a party which can make its claim to power single-handedly. It may prove an alternative to the Indian National Congress. What it is most respond to some challenge before it must dispel misgiving about the communal strength. It is based in the southern India. It is should make required changes in its ideology and policy in the light of its experience in the Indian politics। ਇਹ ਰਾਜੀ ਇਹਨਾਂ ਦੇ ਕੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਵੀ ਆਪਾਂ ਕਹਿ ਸਕਦੇ ਨੇ ਪ੍ਰੋਗਰਾਮ ਸੀ, ਠੀਕ ਹੈ, ਜੋ ਇਹਨਾਂ ਨੇ ਪਾਲਿਸੀਆਂ ਸੀ, ਮਤਲਬ ਕਿ ਜਿਹੜੇ ਇਹਨਾਂ ਦੇ ਇਹ ਕਹਿੰਦੇ ਸੀ ਵੀ ਸਾਡੀ ਜਿਹੜੀ ਗੌਰਮੈਂਟ ਆਊਗੀ ਤਾਂ ਅਸੀਂ ਇਹ ਚੇਂਜਸ ਲੈ ਕੇ ਆਵਾਂਗੇ, ਮਤਲਬ ਜਿੰਨਾ ਵੀ ਟੌਪਿਕ 'ਤੇ ਇਹਨਾਂ ਨੇ ਕੀ ਆ ਕੰਮ ਕਰਨਾ ਸੀ। ਨੈਕਸਟ ਆਪਣੇ ਕਮਿਊਨਿਸਟ ਪਾਰਟੀ ਆਫ ਇੰਡੀਆ। ਇਨ ਦੀ ਬਿਗਨਿੰਗ ਆਫ 20th century, a group of radical youth within Indian National Congress was dissatisfied with its policies, like in its demand to establish representative institutions, not a complete independence for India. They differed with its policy of beginning favor from British. The Russian Revolution under the leadership of Lenin inspired these Indian youth for attaining independence through the revolutionary means। ਹੁਣ ਇਹ ਕੀ ਸੀਗੇ ਜਿਹੜੇ ਕਮਿਊਨਿਸਟ ਪਾਰਟੀ ਸੀ ਇਹਨਾਂ ਨੇ ਬਣਾਈ ਸੀ ਜਿਹੜੇ ਲੋਕਾਂ ਨੇ, ਉਹ ਆਪਾਂ ਕਹਿ ਦਈਏ ਇੱਕ ਤਰੀਕੇ ਨਾਲ ਜਿਹੜੇ ਗਰਮ ਸੁਭਾਅ ਦੇ ਆਪਾਂ ਕਹਿ ਸਕਦੇ ਹਾਂ ਸੀ ਵਿਅਕਤੀ ਸੀ, ਮਤਲਬ ਕਿ ਉਹ ਬ੍ਰਿਟਿਸ਼ ਜਿਹੜੀ ਗੌਰਮੈਂਟ ਸੀ ਉਹਨਾਂ ਤੋਂ ਆਪਣੀ ਜਿਹੜੀ ਕੰਟਰੀ ਇੰਡੀਆ ਉਹਨੂੰ ਇੰਡੀਪੈਂਡੈਂਟ ਕਰਾਉਣਾ ਚਾਹੁੰਦੇ ਸੀ, ਆਪਾਂ ਕਹਿ ਦਈਏ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਹਥਿਆਰਬੰਦ ਤਰੀਕੇ ਨਾਲ, ਠੀਕ ਹੈ, ਅਗਰੈਸਿਵਲੀ ਜਿਵੇਂ ਆਪਾਂ ਕਹਿ ਸਕਦੇ ਹਾਂ। ਆਲ ਦਿਸ ਮਾਰਕਸਿਸਟ ਆਰਗੇਨਾਈਜੇਸ਼ਨ ਅਸੈਂਬਲਡ ਐਟ ਕਾਨਪੁਰ ਇਨ 1924 ਐਂਡ ਅੰਡਰ ਦੀ ਲੀਡਰਸ਼ਿਪ ਆਫ ਮਨਵਿੰਦਰ ਨਾਥ ਰਾਏ ਦੀ ਕਮਿਊਨਿਸਟ ਪਾਰਟੀ ਇੰਡੀਆ ਵਾਜ਼ ਫਾਰਮਡ। 1924 ਨੂੰ ਇਹ ਜਿਹੜੀ ਕਾਨਪੁਰ 'ਚ ਮਨਵਿੰਦਰ ਨਾਥ ਰਾਏ ਦੀ ਲੀਡਰਸ਼ਿਪ ਦੇ ਅੰਡਰ ਜਿਹੜੀ ਪਾਰਟੀ ਆਪਾਂ ਕਹਿੰਦੇ ਹੋਂਦ ਵਿੱਚ ਆਈ, ਠੀਕ ਹੈ, ਐਸਟੈਬਲਿਸ਼ ਇਹਦਾ ਵਰਥ ਹੋਇਆ। ਡਿਊਰਿੰਗ ਦੀ ਫਰੀਡਮ ਸਟਰਗਲ ਦੀ ਪਾਰਟੀ ਹੈਡ ਏ ਬਿਲੀਫ ਦੈਟ ਆਲ ਇੰਡੀਅਨ ਪ੍ਰੋਬਲਮ ਕੈਨ ਬੀ ਸੋਲਵਡ ਥਰੂ ਮਾਰਕਸਿਜ਼ਮ ideology. It is also strongly believed that in order to throw British yoke and to attain independence, the use of revolutionary methods are most essential, and because of this view the party was banned by British government। ਇਹ ਕਹਿੰਦੇ ਸੀ ਵੀ ਕ੍ਰਾਂਤੀਕਾਰੀ ਤਰੀਕੇ ਨਾਲ ਆਪਾਂ ਕਹਿੰਦੇ ਜਿਹੜੀ ਬ੍ਰਿਟਿਸ਼ ਕਿ ਗੌਰਮੈਂਟ ਆ ਉਹ ਤੋਂ ਇੰਡੀਆ ਨੂੰ ਆਜ਼ਾਦ ਕਰਵਾਇਆ ਸਕਦਾ, ਇੰਡੀਪੈਂਡੈਂਟ ਕਰਵਾਇਆ ਸਕਦਾ, ਬਟ ਇਸ ਇਹਨਾਂ ਦਾ ਜਿਹੜਾ ਨੇਚਰ ਨੂੰ ਦੇਖਦੇ ਹੋਏ ਜਿਹੜੀ ਬ੍ਰਿਟਿਸ਼ ਗੌਰਮੈਂਟ ਨੇ ਇਹਨੂੰ ਬੈਨ ਕਰ ਦਿੱਤਾ। ਵੈਨ ਸੋਵੀਅਤ ਰਸ਼ੀਆ ਜੁਆਇੰਟ ਸੈਕੰਡ ਵਰਲਡ ਵਾਰ ਇਨ ਫੇਵਰ ਆਫ ਇੰਗਲੈਂਡ, ਦੀ ਬ੍ਰਿਟਿਸ਼ ਗੌਰਮੈਂਟ ਚੇਂਜ ਇਟ ਇਜ਼ ਐਟੀਟਿਊਡ ਟੂਵਰਡ ਦੀ ਪਾਰਟੀ ਐਂਡ ਬੈਨ ਵਾਜ਼ ਲਿਫਟਡ। ਅਤੇ ਜਦੋਂ ਸੈਕੰਡ ਵਰਲਡ ਵਾਰ ਹੁੰਦੀ ਆ ਜਿਹੜੀ ਆਪਾਂ ਨੂੰ ਪਤਾ ਵੀ 1939 ਤੋਂ ਸਟਾਰਟ ਹੋਈਆਂ 45 ਤੱਕ ਚੱਲਦੀ ਹੈ, ਤਾਂ ਉਸ ਟਾਈਮ ਜਿਹੜਾ ਰਸ਼ੀਆ ਨੇ ਇੰਗਲੈਂਡ ਦਾ ਜਿਹੜਾ ਆਪਾਂ ਕਹਿੰਦੇ ਸਾਥ ਦਿੱਤਾ ਇੱਕ ਤਰੀਕੇ ਨਾਲ, ਤਾਂ ਉਸ ਟਾਈਮ ਜਿਹੜੇ ਅੰਗਰੇਜ਼ਾਂ ਦਾ ਵੀ ਆਪਾਂ ਕਹਿ ਸਕਦੇ ਹਾਂ ਵੀ ਇਸ ਲੋਕਾਂ ਪ੍ਰਤੀ ਜਿਹੜਾ ਬਿਹੇਵ ਸੀ ਉਹ ਚੇਂਜ ਹੋ ਗਿਆ ਸੀ।
after independence at the time of first general election in 1952. It is promised to people to attain the objective through constitutional and peacefully means. It attained a good success in that election, and it subsequent general election, its performance was satisfactory, and only in 1999 election is popularity declined. The CPI formed first ever non-Congress government in Kerala in 1957. देखो फर्स्ट टाइम होया सी जो 1957 च ਆਪਾਂ कह दीए ਜਿਹੜੀ कोई गैर कांग्रेस जी गौरमेंट आई सी, कितने आई सी, याद रखो केरला च। आइडियोलॉजी, हुण आइडियोलॉजी मतलब कहना विचारधारा की सी। ओरिजिनली द CPI वाज बेस्ड ऑन द आइडियोलॉजी ऑफ मार्क्सिज्म लैनिनिज्म। मोस्टली मार्क्सिज्म तुसीं कार्ल मार्क्स बारे सुनिया होगा, जिहड़ा क्रांतिकारी तरीके नाल आपां कह दईए जिहड़ी समाज नूं अगे लैके जाना चाहुंदा सी, ते इदां ही लैनिन होए ने जिहड़े कि रशिया तो होए ने, ठीक है। वो भी इस चीज़ की विचारधारा च एग्रैसिव सी, मतलब कि कहने का भाव। द पार्टी एम एट टू चेंज ऑल ओल्ड इंडियन सोशल इकोनॉमिक पोलीटिकल सिस्टम एंड टू क्रिएट ए न्यू सोसाइटी बेस्ड ऑन मार्क्सिज्म लैनिनिज्म। नहीं चाहती सी जी पुरानी सोसाइटी उन्होंने खत्म कर दिता जाए, तो उसकी जगह पर इदां की सोसाइटी बनाई जाए जी मार्क्सिज्म ते लैनिनिज्म लैनिन, ठीक है, इस दे बेस ते होवे। इट एम वाज टू वैनिश पॉवर्टी, टू लिबरेट पुअर वर्कर्स फ्रॉम एक्सप्लाइटेशनस एंड टू प्रोवाइड इक्वल अपॉर्चुनिटी। उन्हें चाहते सी जिहड़े गरीब ने उन्होंने जिहड़ा उन्होंने शोषण तो बचाया जाए, तो इन्होंने इक्वल जिहड़ी अपॉर्चुनिटी ने वो प्रोवाइड की जाए। ऑल दीज ऑब्जेक्टिव्स आर टू बी अनटेन थ्रू कॉन्स्टिट्यूशनल मीनस। ब्रीफली द पार्टी वांटेड टू अनटेन सोशलिज्म थ्रू डेमोक्रेटिक मीनस। तो आप कहिए आम तौर पर कहते भी समाजिक तौर पर सारे की बराबर होना। अपार्ट फ्रॉम above basic ideology, the following ideas are also a part of its ideology. It supports equalism, human rights, unity in India, policy of non-alignment and nuclear disarmament. It is opposes feudalism, economic liberalism and new colonialism and imperialism. Imperialism मतलब कि दूसरों को अपने अंडर रखना। The leadership of the party is in the hand of middle class in intellectually or working class leader. The party has put faith among working class, peasant, tenantless, laborers, scheduled caste, scheduled tribes, youth and intelligentsia. Its base has been divided since its disintegration in 1964 between it and CPIM, and its base has also been enrolled in urban intelligentsia and youth and even scheduled caste। मतलब कि 1964 च जिहड़ी CPI सी, कम्यूनिस्ट पार्टी ऑफ इंडिया, दो पार्ट च डिवाइड हो जाती है। एक तो कम्यूनिस्ट पार्टी ऑफ इंडिया, दूसरी जिहड़ी CPIM मतलब कि मार्क्सिज्म, ठीक है। 1964 पॉलिसी एंड प्रोग्राम। During the 13 Lok Sabha election held in September-October 1999, it is issued an election manifesto on the basis of which the following are its main policies and program. It believes in alternative path of economic development and land reform are key to progress. It wants to grant rights to working class, agriculture worker and Dalit tribes, minorities. It wants family, women and child welfare. It wants to grant right to education and housing to all. Believe in electoral and judicial reforms. It wants to help people in field of employment, health and environment. It aims to end corruption. It favors resources mobilization to provide adequate फाइनैंस फॉर द इंफ्रास्ट्रक्चर ऑफ इंडस्ट्री। ये सारे की सी जिन्हों के प्रोग्राम से जी इंडियन कम्यूनिस्ट पार्टी ऑफ इंडिया से, ठीक है। इन्हों ध्यान ना सुनियो तो समझियो, अगर कोई प्रॉब्लम है तो ऑनलाइन क्लास डिस्कस कर लवांगे।